रहीम अस्सलामुअलैकुम। वेलकम टू द फार्मिंग टिप्स में शाहिद अली अवान की जानिब से खुश आमदीद। मुअज़्ज़ज़ नाजरीन, आज आपको लाए हैं ज़िला सियालकोट के गांव हास खरोलिया में सैफुल्लाह गुज्जर साहब के पास। ये बहुत ही समझदार और तजर्बाकार फार्मर हैं और फार्मिंग करने के साथ साथ ये व्यापार भी करते हैं। तो लिहाजा आज हम इनसे जानवरों के बारे में मालूमात हासिल करेंगे, खासकर इनकी भैंसों के हवाले से, उनकी नस्लों के हवाले से, भैंसों के कारोबार के हवाले से। अगर आप ये सारी मालूमात अच्छे तरीके से समझना चाहते हैं तो सैफुल्लाह गुज्जर साहब की सारी बातें शुरू से लेकर आखिर तक देखिएगा, इंशाल्लाह आपको फ़ायदा होगा। तो चलें प्रॉपरली स्टार्ट करते हैं। वालेकुम सलाम भाई जन की हाल है? अल्लाह का शुक्र दुआ तुसीं। सब तो पहले अपना ते अपने इलाके का तारफ करवा दो। मेरा नाम सैफुल्लाह जनाब, खास खरोलियां दा रहने वाला। फजलाबाद स्टाफ है साडा, जिला सियालकोट, तहसील समड़िया ते आ साडा फार्म हाउस है नॉर्मल जिहा। अच्छा नॉर्मल जी है। ते किन्ने साल तो तुसी ये जानवरों का काम करदे हो? तकरीबन 20-25 साल बुजुर्ग साडे यही काम करते रहे ने, अगों ही यही कर रहे। नस्ल दर नस्ल करदे हो पे? हाँ बिल्कुल। ते की कोई ये चो फायदा होया कि नुकसान होया है? बस इसे तरह ही कोई फायदा कोई नुकसान जो नाल चलदे होइए कारोबार दे, फिर थोड़ा बहुता मामला ते हुंदे रहिंदे ने। कोई सेटअप नुकसान दी की वजूहात हुंदियां ने? अगर कोई जानवर नुकसानिया जाए, मसलन कोई बीमारी वगैरह आ जाती है, वो तो दौरान फिर ज्यादा परेशानी बनती है। ठीक, वैसे अल्लाह ताला का शुक्र है कि कारोबार ठीक है, निजाम चल रहा है, एक बंदे का जिंदगी का तरीका कार चलता रहना है। अच्छा, ज्यादा मसला बीमारी का ही होंदा है? ज्यादा बीमारी का मसला होंदा है, वैसे ठीक ही रहना काम तकरीबन। इस अलावा कोई और भी मसाइल है ने तुहाडे काम च की बीमारी बस? नहीं, बीमारी या कोई मसला है हो जाना, कोई पट्ठे वगैरह ना कोई थोड़ा डाउन मामला तो हो जाते, फिर थोड़ा जानवर वीक होंगे। बाकी ठीक है, अल्लाह ताला का शुक्र है। ते इस टाइम कितने जानवर जी? इस टाइम जानवर तकरीबन 35 तो 40 लगभग है। ते केड़ी नस्ल के जानवर खे जी? नस्ल सारे इन्हां च नस्ल तकरीबन लीली ते डंगर भी ने, विच लुडन साइड दियां मझां ने, वो मशहूर ने। ਉਹਦੇ ਤੋਂ ਬਾਅਦ ਫੋਟਾ ਵਾਸਤੇ ਜਿਹੜੇ ਸਾਡੇ ਇਲਾਕੇ 'ਚ ਜ਼ਿਆਦਾ ਦੁੱਧ ਦਿੰਦੇ ਨੇ, ਮਸਲਨ ਕਿ ਮਜ਼ਾ ਦੇਣੇ ਨੇ, ਯਾਨੀ ਕਿ ਸਾਨੂੰ ਅੱਛੇ ਰਹਿੰਦੇ ਨੇ। ਅੱਛਾ, ਉਹ ਫੋਟਾ ਪਾਸ ਦੀਆਂ ਮੱਝਾਂ ਹੁੰਦੀਆਂ ਨੇ। ਤੇ ਅੱਛਾ, ਇਹ ਸਾਡੇ ਇਲਾਕੇ ਵਾਸਤੇ ਜਿਹੜੀ ਸਭ ਤੋਂ ਅੱਛੀ ਨਸਲ ਉਹ ਫੋਟਾ ਪਾਸ ਦੀ ਨਸਲ ਹੈ? ਫੋਟਾ ਪਾਸ ਦੀ ਨਸਲ ਹੈ। ਉਹਦੇ ਤੋਂ ਲੁੱਡਨ ਲੀਲੀ ਵਾਲੀ ਸਾਈਡ ਤੋਂ ਨਾ ਜਿਹੜਾ ਨਿਕਲਦਾ ਜਾਨਵਰ, ਉਹ ਵੀ ਠੀਕ ਰਹਿ ਜਾਂਦਾ। ਜਿਹੜੀ ਫੋਟਾ ਪਾਸ ਦੀ ਮੱਝ ਹੈ, ਇਹਦੀ ਕੀ ਪਛਾਣ ਹੈ? ਆਮ ਬੰਦੇ ਨੂੰ ਕਿੰਜ ਪਤਾ ਲੱਗੇਗਾ ਕਿ ਆ ਜਿਹੜੀ ਮੈਂ ਵੇ ਆ ਫੋਟਾ ਪਾਸ ਦੀ ਹੈ? ਆਮ ਬੰਦੇ ਨੂੰ ਅਸਲ ਨਾ ਇਹ ਵਪਾਰੀ ਲੋਕ ਜਦੋਂ ਉਧਰੋਂ ਲੈ ਕੇ ਆਉਂਦੇ ਨਾ ਜਾਨਵਰ, ਫੋਟਾਬਾਸ ਵਾਲੀ ਮੱਝ ਦਾ ਜਿਹੜਾ ਨਾ ਸਿੰਘ ਥੋੜਾ ਮੋਟਾ ਹੁੰਦਾ ਹੈ ਤੇ ਦੇਖਣ 'ਚ ਥੋੜੀ ਬਰੋਬੀ ਹੁੰਦੀ ਹੈ, ਯਾਨੀ ਕਿ ਏਡੀ ਸੋਹਣੀ ਨਹੀਂ ਹੁੰਦੀ ਹੈ। ਅੱਛਾ, ਲੀਲੀ ਦੀ ਝੋਟੀ ਜਿਹੜੀ ਉਹ ਸੋਹਣੀ ਜ਼ਿਆਦਾ ਹੁੰਦੀ, ਲੇਕਿਨ ਦੁੱਧ ਦਾ ਜਿਹੜਾ ਸਿਸਟਮ ਗਾ ਰਹੇ ਨਾ ਉਹ ਫੋਟਾਬਾਸ ਵਾਲੀ ਸਾਡੇ ਇਲਾਕੇ 'ਚ ਜ਼ਿਆਦਾ ਦਿੰਦੀ। ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇ ਜਾਂਦੀ ਫੋਟਾ ਪਾਸ ਦੀ? ਮੈਂ ਫੋਟਾਬਾਸ ਦੀ ਮੱਝ ਜਿਹੜੀ ਅੱਛੀ ਮੱਝ ਹੁੰਦੀ ਹੈ ਨਾ, ਜਿਹੜੀ ਚੰਗੀ ਮੱਝ, ਯਾਨੀ ਕਿ ਸਮਝਿਆ 2-2.5 ਲੱਖ ਵਾਲੀ ਜਿਹੜੀ ਕਹਿੰਦੇ ਆ, ਉਹ ਤਕਰੀਬਨ 16, 17, 18 ਤੱਕ ਜਾਂਦੀ ਹੈ। ਤੇ ਨੀਲੀ ਦੀ ਮੈਂ ਕਿੰਨਾ ਦਿੰਦੀ ਹੈ ਜ਼ਿਆਦਾ ਤੋਂ ਜ਼ਿਆਦਾ ਸਾਡੇ ਇਲਾਕੇ 'ਚ? ਲੀਲੀ ਦੀ ਵੀ ਤਕਰੀਬਨ ਇੰਨੀ ਕੁ ਸ਼ਾਰਟ ਕਰੀ ਜਾਂਦੀ ਹੈ, ਕੰਮ ਕਲੀਅਰ ਹੋ ਜਾਂਦਾ। ਠੀਕ ਹੈ। ਤੇ ਇਹ ਦੱਸਿਓ ਕਿ ਮੱਝ ਮੰਡੀ 'ਚ ਬਿਹਤਰ ਲੱਭਦੀ ਹੈ ਜਾਂ ਫੇਰ ਟੁਰ ਕੇ ਬਿਹਤਰ ਲੱਭਦੀ ਹੈ? ਨਹੀਂ, ਜ਼ਾਹਰ ਹੈ ਮੰਡੀ 'ਚ ਤੇ ਫਿਰ ਉਹ ਡੰਗਰ ਲੈ ਕੇ ਜਾਣਾ ਹੁੰਦਾ ਕਿਸੇ ਨੇ ਕਿ ਜਿਹੜਾ ਆਪਣੇ ਗਲੋਂ ਨਾ ਲੈਂਦਾ ਹੋਏ, ਜਾਂ ਕੋਈ ਬਿਮਾਰ ਹੋਏ, ਜਿਹਨੂੰ ਕੋਈ ਮਸਲਾ ਮਸਾਇਲ ਹੋਏ, ਜਾਂ ਕੋਈ ਬੜਾ ਮਜਬੂਰ, ਕੋਈ ਮਜਬੂਰ ਲੈ ਕੇ ਜਾਂਦਾ ਕਿ ਜਿਹਨੇ ਜਾ ਕੇ। ਲੇਕਿਨ ਇਲਾਕੇ 'ਚ ਜਿਹੜਾ ਅੱਛਾ ਡੰਗਰ ਹੁੰਦਾ ਇਲਾਕੇ 'ਚ ਵਿਕ ਜਾਂਦਾ। ਲਗਭਗ ਨਾਲ ਪਿੰਡ ਹੁੰਦੇ ਨੇ, ਗਾਉਂ ਨੇ ਸਾਡੇ ਇੰਨੇ ਮਾਸ਼ਾਅੱਲਾ, ਆਉਣ ਜਾਣ ਵਾਲੇ ਲੋਕ ਨੇ, ਉਹ ਸਭੀ ਜਿਹੜੇ ਨਾ ਵੇਖਦੇ ਨੇ, ਪਤਾ ਹੁੰਦਾ ਕਿ ਬੰਦੇ ਨੂੰ ਜ਼ਰੂਰਤ ਹੈ, ਫਲਾਣੇ ਨੂੰ ਫੋਨ ਕੀਤਾ ਵੇ, ਕੋਈ ਵਪਾਰੀ ਟੈਪ ਆ ਜਾਂਦੇ ਨੇ, ਲੋਕ ਲੈਣ ਵਾਲੇ ਉਂਝ ਤੁਰੇ ਹੁੰਦੇ ਨੇ। ਮੰਡੀਆਂ 'ਚ ਤਾਂ ਫਿਰ ਉਹੀ ਬੰਦਾ ਜਾਂਦਾ ਨਾ ਕਿ ਵਪਾਰੀ ਟੈਪ ਜਿਨ੍ਹਾਂ ਨੇ ਲਿਆਂਦੇ ਨੇ, ਡੰਗਰ ਮਾੜਾ ਪੈ ਗਿਆ ਉਹ ਲਿਆ ਕੇ ਮੰਡੀ ਤੁਰ ਗਏ ਨੇ, ਉੱਥੇ ਉਹਨਾਂ ਨੇ ਸਾਡੇ ਮੰਗਰੇ ਅੱਗੋਂ ਜਿਹੜੇ ਜਿਨ੍ਹਾਂ ਨਹੀਂ ਜਾਣਦੇ ਏਡਾ ਖਾਸ ਉਹ ਧਰ ਦਿੰਦੇ ਨੇ ਉਹਨਾਂ ਨੂੰ ਦਿੰਦੀ ਰਾਤ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਅੱਛਾ ਜਾਨਵਰ ਫੇਰ ਟੁਰ ਕੇ ਮਿਲਦਾ, ਮੰਡੀ 'ਚ ਅੱਛਾ ਜਾਨਵਰ ਕਮ ਨਹੀਂ ਮਿਲਦਾ। ਹਾਂ, ਡੇਰੇ ਤੇ ਲੈਣਾ ਕਿਸੇ ਨੇ ਚੋਣਾ ਹੈ, ਉਹਨੂੰ ਦੇਖਣਾ 1 ਦਫਾ 2 ਦਫਾ 3 ਦਫਾ। ਮੰਡੀ ਤੇ ਜਨਾਬ ਉਹੀ ਹੋਣਾ ਨਾ ਕੰਮ ਕਿ ਦੇਖਿਆ ਹੈ, ਦੇਖਦੇ ਉਹਨਾਂ ਨੂੰ ਸੌਦਾ ਹੋ ਗਿਆ, ਧਾਰਾਂ 4 ਮਾਰੀਆਂ ਨੇ ਤੇ ਅੱਲਾ ਦੀ ਸਬੂਤ ਪਾਓ, ਗੱਡੀ 'ਚ ਘਰ ਲੈ, ਉਹ ਤਾਂ ਪਤਾ ਲੱਗਣਾ ਜਦੋਂ ਘਰ ਲੈਣ। ਤੇ ਖਰੀਦਣ ਤੋਂ ਪਹਿਲੇ ਕਿੰਨੀ ਦਫਾ ਚਵਾਈ ਕਰ ਲੈਣਾ ਬਿਹਤਰ ਹੈ? ਤਕਰੀਬਨ 2 ਦਫਾ, ਸਵੇਰ ਸ਼ਾਮ। ਤੇ ਜ਼ਮੀਨ ਤੁਹਾਡੀ ਆਪਣੀ ਹੈ ਕਿ ਠੇਕੇ ਤੇ ਲਈ ਜੇ? ਜ਼ਮੀਨ ਆਪਣੀ ਵੀ ਹੈ, ਕੁਝ ਠੇਕੇ ਤੇ ਵੀ ਲਈ, ਯਾਨੀ ਕਿ ਚਾਰਾ ਘਰ ਦਾ ਹੀ ਹੋ ਜਾਂਦਾ। ਹਾਂਜੀ। ਕਿੰਨੀ ਜ਼ਮੀਨ ਆਪਣੀ ਹੈ ਤੇ ਠੇਕੇ ਤੇ ਕਿੰਨੀ ਹੈ? ਜ਼ਮੀਨ ਤਕਰੀਬਨ ਆਪਣੀ 12 ਏਕੜ ਹੈ, 12-13 ਏਕੜ ਠੇਕੇ ਤੇ ਬਾਈ। ਤੇ ਤੁਹਾਡੇ ਕੋਲ ਟੋਟਲ ਜਾਨਵਰ 35-40 ਨੇ? ਹਾਂਜੀ। 35-40 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਫੀ ਨੇ? ਤਕਰੀਬਨ ਪੱਠੇ ਨਾਲ ਹੁੰਦਾ, ਤੂੜੀ ਵਗੈਰਾ ਹੁੰਦਾ ਹੈ, ਸੁੱਕੇ ਦਾ ਮਾਮਲਾ ਹੋ ਜਾਂਦੇ ਨੇ, ਵਿੱਚ ਵੰਡਾ ਚੱਲ ਜਾਂਦਾ। 4 ਤੋਂ 5 ਕਿੱਲੇ ਏਕੜ ਜਿਹੜਾ ਨਾ ਉਹ, ਯਾਨੀ ਕਿ ਫੁੱਲ ਹੋਰ ਵੀ ਮਜ਼ੀਦ ਮਾਲ ਵਿੱਚ ਆਏ, ਯਾਨੀ ਕਿ ਪਰੇਸ਼ਾਨੀ ਨਹੀਂ ਉਹਨਾਂ 'ਚ ਬਣਦੀ। 4 ਤੋਂ 5 ਏਕੜ ਪੱਠੇ ਬਹੁਤ ਜ਼ਿਆਦਾ ਹੁੰਦੇ 35-40 ਜਾਨਵਰਾਂ ਵਾਸਤੇ। ਠੀਕ ਹੈ। ਇਹ ਦੱਸਿਓ ਤੁਸੀਂ ਆਪਣੇ ਜਾਨਵਰਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਚਾਰਾ ਕੀ ਪਾਉਂਦੇ ਹੋ ਪੇ? ਵੰਡੇ 'ਚ ਕੀ ਦਿੰਦੇ ਹੋ ਪੇ? ਮੌਸਮ ਦੇ ਹਾਲਾਤ ਨਾਲ ਹੁਣ ਤੇ ਪਰਾਲੀ ਦਾ ਸਿਸਟਮ ਚੱਲ ਰਿਹਾ, ਪਰਾਲੀ ਨਾਲ ਸ਼ਟਾਲਾ ਹੈ, ਪਹਿਲੇ ਜਵਾਰ ਹੀ,
ਉਹ ਮੌਸਮ ਦੇ ਰੁਟੀਨ ਨਾਲ ਜਿਹੜਾ ਨਾ ਜੋ ਚੱਲਦਾ ਨਾ ਉਹ ਪਾਇਆ ਜਾਂਦਾ ਰਹਿੰਦਾ। ਅੱਛਾ, ਹੁਣ ਪਰਾਲੀ ਤੇ ਸਟਾਲਾ ਇਸਤੇਮਾਲ ਕਰਦੇ ਹੋ ਫਿਰ? ਇਹ ਇੱਕ ਜਿਹੜੀ ਵੱਡੀ ਮੈਂ ਵੇ ਉਹ ਰੋਜ਼ਾਨਾ ਦੀ ਕਿੰਨੀ ਪਰਾਲੀ ਤੇ ਕਿੰਨਾ ਸਟਾਲਾ ਖਾਈ ਜਾਂਦੀ ਹੈ? ਦੇਖੋ ਇਹਦੇ ਚ ਐਕਸੀਮੈਂਟ ਨਹੀਂ ਲਾਇਆ ਜਾਂਦਾ ਕਿਉਂਕਿ 35-40 ਡੰਗਰ ਨੇ, ਉਹਨਾਂ ਦੀ ਆਈਡੀਆ ਹੁੰਦਾ ਹੈ ਕਿ ਇਹ ਪਰਾਲੀ 35-40 ਦੇ ਦੱਸ ਦੋ ਕਿ ਉਹਨਾਂ ਦਾ ਕਿੰਨਾ? ਉਹਨਾਂ ਦੀ ਇੱਕ ਰੇੜੀ ਪਰਾਲੀ ਦੀ ਆ ਗਈ, ਇੱਕ ਰੇੜੀ ਪੱਟੀਆਂ ਦੀ ਆ ਗਈ ਹੈ, ਠੀਕ ਹੈ। ਉਹ ਸ਼ਾਮ ਨੂੰ 2-2 3-3 ਕਿਲੋ 4-4 ਕਿਲੋ ਜਿੰਨਾ ਹਿੱਸਾ ਹੁੰਦਾ ਵੰਡਾ ਉਹ ਪਾ ਦਿੱਤਾ ਗਿਆ ਇਹਨਾਂ ਨੂੰ। ਚੋਖਰ ਵਗੈਰਾ ਉਸ ਜਿਸ ਤਰ੍ਹਾਂ ਮਾਲ ਦੀ ਰੁਟੀਨ ਹੋਏ ਉਸ ਤਰੀਕੇ ਨਾਲ ਚੱਲਦਾ ਕੰਮ। ਤੇ ਵੰਡਾ ਕਿਹੜਾ ਇਸਤੇਮਾਲ ਕਰਦੇ ਪਏ? ਖੁਦ ਤਿਆਰ ਕੀਤਾ ਹੈ ਕਿ ਜਾਂ ਕਿਸੇ ਕੰਪਨੀ ਦਾ? ਨਹੀਂ ਅਸੀਂ ਉਹ ਜਿਹੜੀ ਪਹਿਲੀ ਖਾਲ ਨਹੀਂ ਉਹ ਵਡੇਵਿਆਂ ਵਾਲੀ ਉਹ ਚੱਲ ਰਹੀ ਹੈ, ਜ਼ਿਆਦਾ ਚੋਖਰ ਕਰੀਦਾ ਜਾਂ ਖਾਲ ਵਗੈਰਾ ਕਰੀਦਾ। ਯਾਨੀ ਕਿ ਵਡੇਵਿਆਂ ਦੀ ਖਾਲ, ਇਸ ਤੋਂ ਇਲਾਵਾ ਹੋਰ ਕੁਝ ਨਹੀਂ? ਨਹੀਂ ਹੋਰ ਕੋਈ ਚੀਜ਼ ਨਹੀਂ। ਤੇ ਕਿੰਨੀ ਖਾਲ ਦਿੰਦੇ ਉਹਨਾਂ ਨੂੰ ਰੋਜ਼ਾਨਾ? ਰੋਜ਼ਾਨਾ ਤਕਰੀਬਨ ਰੁਟੀਨ ਨਾਲ 4 ਕਿਲੋ 5 ਕਿਲੋ ਹੋ ਜਾਏਗੀ, 4 ਜਾਂ 3 ਮਾਲ ਦੇ ਤਰੀਕੇ ਨਾਲ। ਇਹ ਇੱਕ ਟਾਈਮ ਦਿੰਦੇ ਜਾਂ 2 ਟਾਈਮ? ਨਹੀਂ 2 ਟਾਈਮ। ਤੇ ਇਹ ਜਿਹੜੀ 4-5 ਕਿਲੋ ਖਾਲ ਤੁਸੀਂ ਪਾਉਂਦੇ ਹੋ ਉਹ ਮੈਂ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਦੇ ਜਾਂਦੀ ਹੈ? ਦੇਖੋ ਜਿਹੜੀ ਸੱਜਰ ਮੱਝ ਹੈ ਨਾ, ਜਿਹੜੀ ਮਸਲ ਕੇ ਸੂਈ ਹੈ, ਤਾਜ਼ੀ ਸੂਈ ਹੈ, ਉਹ 10-15 ਦਿਨ ਤੋਂ ਬਾਅਦ ਉਹਦੀ ਰੁਟੀਨ ਸ਼ੁਰੂ ਹੋ ਜਾਂਦੀ ਹੈ। ਅੱਛਾ। ਉਹਨੇ ਜੇ ਅਗਰ 15 ਕਿਲੋ ਦੁੱਧ ਦੇਣਾ ਨਾ, ਉਹਨੇ ਰੁਟੀਨ ਬਣਾ ਲੈਣੀ, 15 ਦੇ 14 ਦੇ ਉਹਦੀ ਇੱਕ ਰੁਟੀਨ ਚੱਲ ਜਾਣੀ। ਉਹ 6 ਮਾਹ ਤੱਕ 4 ਮਾਹ ਤੱਕ ਤੰਦਰੁਸਤ ਰਹੇ ਤੇ ਉਹ ਤਕਰੀਬਨ ਚਲੀ ਰਹਿੰਦੀ ਉਹਨਾਂ ਤੱਕ। ਉਹਦੇ ਤੋਂ ਬਾਅਦ ਉਹ ਥੋੜੀ ਸਮਝ ਲਓ ਕਿ ਖੰਘ ਟੈਪ ਚ ਆ ਜਾਂਦੀ ਹੈ। ਪਿਛਲਾ ਮਹੀਨੇ ਕਿ 6 ਮਹੀਨੇ ਗੁਜ਼ਰ ਜਾਂਦੇ ਨੂੰ, ਉਹ ਫਿਰ ਆ ਜਾਂਦੀ ਹੈ 7 ਕਿਲੋ 8 ਕਿਲੋ 6 ਕਿਲੋ, ਸਾਲ ਯੂੰ ਹੀ ਲਾਗੇ ਜਾਈ ਜਾਂਦੀ ਹੈ, ਸਾਲ ਦੇ ਕਰੀਬ ਜਾਂਦੀ ਹੈ 2-2 2.5 3-3 ਕਿਲੋ ਤੱਕ ਵੀ ਆ ਜਾਂਦੀ ਹੈ। ਅੱਛਾ। ਉਹਨਾਂ ਚ ਨੂੰ ਚਲੋ ਨਵੇਂ ਦੁੱਧ ਹੋ ਜਾਂਦੀਆਂ ਨੇ, ਮਸਲਨ ਅੱਗੋਂ ਫਿਰ ਆਸ ਲੱਗ ਜਾਂਦੀ ਹੈ, ਡੰਗਰ ਯਾਨੀ ਕਿ ਅਗਲੇ ਸਾਲ ਵਾਸਤੇ ਤਿਆਰ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਮੈਂ 14-15 ਕਿਲੋ ਦੁੱਧ ਦਿੰਦੀ ਹੈ ਉਦੋਂ ਕਿੰਨਾ ਵੰਡਾ ਦੇਣਾ ਚਾਹੀਦਾ ਤੇ ਜਦੋਂ 6-7 ਕਿਲੋ ਦਿੰਦੀ ਹੈ ਉਦੋਂ ਕਿੰਨਾ ਵੰਡਾ ਦੇਣਾ ਚਾਹੀਦਾ? ਦੇਖੋ ਜਦੋਂ ਰੂਟੀਨ ਵਾਈਜ਼ ਦੁੱਧ ਦਿੰਦੀ ਹੈ ਉਦੋਂ ਤੇ ਤਾਜ਼ੀ ਹੁੰਦੀ। ਅੱਛਾ। ਉਦੋਂ ਦੀ ਮਕਦਾਰ ਉਹਦੀ ਤਕਰੀਬਨ ਨਾਰਮਲ ਵੀ ਹੋਏ ਤੇ ਦੁੱਧ ਦੇ ਹੀ ਜਾਂਦੀ। ਤੇ ਜਦੋਂ ਥੋੜਾ ਟਾਈਮ ਗੁਜ਼ਰ ਜਾਂਦਾ 6 ਮਾਹ ਦਾ ਗੁਜ਼ਰ ਜਾਂਦਾ ਉਦੋਂ ਉਹਨੂੰ ਕੋਈ ਖੁਰਾਕ ਤੇ ਜ਼ਿਆਦਾ ਦੇਣੀ ਪੈਂਦੀ, ਜ਼ਿਆਦਾ ਦੁੱਧ ਲੈਣ ਵਾਸਤੇ। ਉਹ ਡੰਗਰ ਤੇ ਡਿਪੈਂਡ ਹੁੰਦਾ ਹੈ ਸਾਰਾ ਸਿਸਟਮ। ਅੱਛਾ ਭਾਈ, ਇਹ ਦੱਸਿਓ ਕਿ ਰੋਜ਼ਾਨਾ ਦਾ ਇੱਕ ਜਿਹੜੀ ਵੱਡੀ ਮੈਂ ਵੀ ਉਹਦੇ ਤੇ ਕਿੰਨਾ ਖਰਚਾ ਆ ਜਾਂਦਾ? ਰੋਜ਼ਾਨਾ ਦਾ ਇੱਕ ਵੱਡੀ ਇਹ ਤਾਂ ਮੈਂ ਤੁਹਾਨੂੰ ਆਲਰੇਡੀ ਅੱਗੇ ਦੱਸਿਆ ਕਿ ਮੇਰੇ ਫਾਰਮ 'ਚ ਆਪਣਾ ਤਰੀਕਾਕਾਰ ਤੇ ਉਹ ਸਾਰਾ ਰਲ ਮਿਲ ਕੇ ਚੱਲਦਾ, ਯਾਨੀ ਕਿ ਇੱਕ ਡੰਗਰ ਦਾ ਨਹੀਂ ਏਡੀ ਕੱਢੀਆਂ। ਸਰ ਸਾਰੇ 35-40 ਜਾਨਵਰਾਂ ਦਾ ਦੱਸ ਦਿਓ। ਤਕਰੀਬਨ ਇੱਕ ਜਾਨਵਰ ਤੇ 700 500 600 700 ਯਾਨੀ ਕਿ ਇਸ ਰੂਟੀਨ ਦੇ ਨਾਲ ਨਾ। ਯਾਨੀ ਜਿਹੜੀ ਮੈਂ ਦੁੱਧ ਜ਼ਿਆਦਾ ਦਿੰਦੀ ਹੈ ਉਹਦਾ ਖਰਚਾ ਜ਼ਿਆਦਾ ਹੈ? ਨਹੀਂ ਖਰਚਾ ਤਕਰੀਬਨ ਇੱਕ ਜੈਸਾ ਹੀ ਹੈ। ਜ਼ਿਆਦਾ ਦੁੱਧ ਦੇਣ ਵਾਲੀ ਜਿਹੜੀ ਹੈ ਉਹ ਫਿਰ ਅੱਗੋਂ ਅਗਲੇ ਸਾਲ ਵਾਸਤੇ ਵੀ ਉਹਨੂੰ ਤਿਆਰ ਕਰਨਾ ਹੁੰਦਾ। ਅੱਛਾ, ਯਾਨੀ ਖੁਰਾਕ ਉਹਦੀ ਅੱਛੀ ਰੱਖਦੇ ਤੁਸੀਂ? ਹਾਂ ਬਿਲਕੁਲ, ਖੁਰਾਕ ਅੱਛੀ ਰੱਖੀ ਦੀ, ਥੋੜੀ ਨਾਰਮਲ ਕਰ ਲਈ, ਯਾਨੀ ਕਿ 2 ਕਿਲੋ ਵੰਡਾ 4 ਕਿਲੋ ਵੰਡਾ ਪਾਣੇ ਉਹ ਤਾਂ 3 ਕਿਲੋ ਵੰਡਾ ਕਰ ਲਿਆ, ਠੀਕ ਹੈ। ਕੋਸ਼ਿਸ਼ ਤੇ ਕਰੀ ਦੀ ਉਹਦਾ 4 ਕਿਲੋ ਨੂੰ 5 ਕਰੀਏ, ਉਹਨਾਂ ਦੁੱਧ ਜ਼ਿਆਦਾ ਕਰ ਲਈ, ਆਪਣਾ ਖਰਚਾ ਜਿਹੜਾ ਨਾ ਉਹ ਆਪੀ ਕੱਢ ਲੈ। ਠੀਕ ਹੈ। ਜਿਹੜੀ ਮੈਂ ਦੁੱਧ ਕੰਮ ਦਿੰਦੀ ਹੈ ਉਹਨੂੰ ਕੀ ਚੀਜ਼ ਦਿੱਤੀ ਜਾਏ ਕਿ ਉਹਦੇ ਦੁੱਧ ਵਿੱਚ ਇਜ਼ਾਫਾ ਹੋਈਏ? ਜ਼ਾਹਿਰ ਹੈ ਭਾਈ, ਕੋਈ ਦੇਸੀ ਟੋਟਕਾ ਜਾਂ ਕੋਈ ਨੁਸਖਾ ਹੈ ਜੈਸਾ? ਦੇਸੀ ਨੁਸਖਾ ਉਹ ਹਰ ਇਨਸਾਨ ਦੀ ਆਪਣੀ ਇੱਕ ਰੁਟੀਨ ਹੈ, ਜਾਨਵਰ ਦਾ ਇੱਕ ਰੁਟੀਨ ਹੁੰਦੀ ਹੈ ਕਿ ਇਹਨੂੰ ਤੇਲ ਦਿੱਤਾ ਜਾਏ ਜਾਂ ਇਹਨੂੰ ਕੋਈ ਮਸਾਲਾ ਵਗੈਰਾ ਐਸਾ ਦਿੱਤਾ ਜਾਏ ਜਾਂ ਪਿਆਜ਼ ਵਗੈਰਾ, ਇਹ ਜਿਹਦਾ ਮਸਾਲਾ ਖੁਰਾਕ ਇਹ ਉਹ ਸਾਰੀ ਚੀਜ਼ਾਂ ਜਿਹੜੀਆਂ ਨਾ ਉਹ ਜਿਹੜਾ ਬੰਦਾ ਡੰਗਰਾਂ 'ਚ ਰਹਿੰਦਾ ਨਾ ਉਹਦਾ ਮਾਈਂਡ ਕੰਮ ਕਰਦਾ ਹੁੰਦਾ ਕਿ ਫਲਾਣੀ ਚੀਜ਼ ਇਹਨੂੰ ਚਾਹੀਦੀ, ਉਸ ਤਰੀਕੇ ਕਾਰ ਨਾਲ ਜਿਹੜਾ ਨਾ ਸਿਸਟਮ ਚੱਲ ਜਾਂਦਾ। ਤੁਹਾਡੇ ਫਾਰਮ ਤੇ ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਮੇਰੇ ਫਾਰਮ ਤੇ ਮਸਲਾ ਇਸ ਟਾਈਮ ਤਕਰੀਬਨ 20 ਤੋਂ 25 ਜਾਨਵਰ ਦੇ ਰਹੇ ਨੇ ਬਸ। 20-25 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਜਾਂਦਾ ਜੀ? ਦੋਨੋਂ ਟਾਈਮਾਂ ਦਾ ਤਕਰੀਬਨ 6 ਤੋਂ 6.5 ਦੇ ਕਰੀਬ ਤੇ ਹੋ ਜਾਂਦਾ ਮਨ। ਹਾਂਜੀ 6-6.5 ਮਨ। ਹਾਂਜੀ। ਤੇ ਦੁੱਧ ਦਾ ਕੀ ਰੇਟ ਹੈ? ਦੁੱਧ ਦਾ ਰੇਟ 80 ਰੁਪਏ ਲੈ ਰਹੇ ਆ ਦੁੱਧ। ਤੇ ਦੁੱਧ ਨੂੰ ਸੇਲ ਕਰਦੇ ਹੋ? ਹਾਂਜੀ। ਤੇ ਅਗਰ ਖੁਦ ਸੇਲ ਕਰੋ ਜਾਂ ਸ਼ਹਿਰ ਵਿੱਚ ਸੇਲ ਕਰੋ ਤੇ ਫਿਰ ਰੇਟ ਜ਼ਿਆਦਾ ਮਿਲੇਗਾ? ਹਾਂ, ਉਹਦਾ ਤਕਰੀਬਨ 100 ਰੁਪਇਆ ਤਕਰੀਬਨ 100 ਤੋਂ ਵੀ ਉੱਤੇ ਚੱਲਦਾ, ਲੇਕਿਨ ਉਹਦੀ ਮਿਹਨਤ ਕਰਨੀ ਪੈਂਦੀ ਨਾ ਭਾਈ, ਇੱਥੇ ਉਹ ਸਾਡੇ ਕੋਲ ਇਕੱਠਾ ਲੈ ਜਾਂਦਾ ਦੁੱਧ। ਤੇ ਸਰ ਤੁਸੀਂ ਉਂਝ ਵੀ ਤੇ ਮਿਹਨਤ ਕਰਦੇ ਹੋ ਜਾਨਵਰਾਂ ਤੇ, ਅਗਰ ਖੁਦ ਸੇਲ ਕਰੋ ਤੇ ਜ਼ਿਆਦਾ ਫਾਇਦਾ ਨਹੀਂ? ਫਾਇਦਾ ਤੇ ਹੈ, ਲੇਕਿਨ ਉਹਦੇ ਵਾਸਤੇ ਇੱਕ ਬੰਦਾ ਹੋਰ ਮਜ਼ੀਦ ਚਾਹੀਦਾ ਹੈ, ਸਾਡੇ ਕੋਲ ਬੰਦਿਆਂ ਦੀ ਥੋੜੀ ਕਮੀ ਹੈ। ਅੱਛਾ, ਯਾਨੀ ਬੰਦਿਆਂ ਦੀ ਕਮੀ ਦੀ ਵਜ੍ਹਾ ਤੋਂ ਉਹਨੂੰ ਵੀ ਤਨਖਾਹ ਦੇਣੀ ਪੈਣੀ ਹੈ ਜਿਹੜਾ ਦੁੱਧ ਲੈ ਕੇ ਜਾਏਗਾ। ਉਹਦੇ ਨਾਲ ਬਿਹਤਰ ਹੈ ਕਿ ਤੁਸੀਂ ਖੁਦ ਹੀ ਇੱਥੇ ਦੁੱਧ ਨੂੰ ਦੇ ਹਟਦੇ ਹੋ। ਹਾਂਜੀ। ਅੱਛਾ ਭਾਈ, ਜਾਨਾ ਦੱਸੋ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ? ਜ਼ਿਆਦਾਤਰ ਮੋਕਰ ਦੀ ਆਉਂਦੀ ਹੈ, ਯਾਨੀ ਕਿ ਉਹ ਛਾਲੇ ਜੇ ਬਣ ਜਾਂਦੇ ਨੇ ਪੈਰਾਂ ਤੇ ਮੂੰਹ 'ਚ। ਉਹਦੇ ਤੋਂ ਬਾਅਦ ਗਲਘੋਟੂ ਦਾ ਥੋੜੇ ਦਿਨ ਪਹਿਲਾਂ ਗਲਘੋਟੂ ਦਾ ਮਸਲਾ ਬਣਿਆ ਸੀ, ਗਲਾ ਜਿਹੜਾ ਨਾ। ਤੇ ਗਲਘੋਟੂ ਦਾ ਜਿਹੜਾ ਮਸਲਾ ਬਣਿਆ ਸੀ ਉਹਦਾ ਕੀ ਫਿਰ ਇਲਾਜ ਕੀਤਾ ਹਜੇ? ਇਲਾਜ ਉਹਦੇ ਟੀਕੇ ਵਗੈਰਾ ਨਿਕਲੇ ਨੇ ਭਾਰਤੀ, ਉਹ ਲਵਾਇਆ। ਦੇਸੀ ਇਲਾਜ ਕੋਈ ਨਹੀਂ? ਦੇਸੀ ਇਲਾਜ ਗਲੋਟੂ ਦਾ ਨਹੀਂ ਹੈ, ਯਾਨੀ ਕਿ ਗਲੋਟੂ ਦਾ ਦੇਸੀ ਇਲਾਜ ਨਹੀਂ ਚੱਲਦਾ। ਮੋਕਰ ਦਾ ਹੈ ਵੀ ਉਹ ਜ਼ਿਆਦਾ ਲੋਕ ਤਰ੍ਹਾਂ ਦੇ ਜਿਹੜੇ ਨੇ ਆਪਣੇ ਹਿਸਾਬ ਦੇ ਜਿਵੇਂ ਦੇ ਦਿੰਦੇ ਨੁਕਸੇ ਵਗੈਰਾ। ਤੇ ਤੁਸੀਂ ਕੀ ਦਿੰਦੇ ਹੋ ਮੁੱਖਰ ਵਾਸਤੇ? ਮੁੱਖਰ ਵਾਸਤੇ ਅਸੀਂ ਤੇ ਸਰ ਸੱਕਾਂ ਨਹੀਂ ਹੈ ਆਪਣੇ ਕਿੱਕਰ, ਉਹਨਾਂ ਦੇ ਸੱਕ ਨੇ, ਉਹਨਾਂ ਦਾ ਪਾਣੀ ਕੱਢ ਕੇ ਨਾ ਉਹ ਪੈਰਾਂ ਤੇ ਉਹਨਾਂ ਦੇ ਸੁੱਟੀ ਦੇਣ, ਉਹਦੇ ਨਾਲ ਖੁਸ਼ਕ ਹੋ ਜਾਂਦੇ ਨੇ ਛਾਲੇ। ਠੀਕ ਹੈ। ਇਹ ਤੇ ਇਲਾਜ ਦੀ ਟਿਪ ਹੋ ਗਈ। ਸਾਨੂੰ ਆਪਣੀ ਮੱਝਾਂ ਦੇ ਬਾਰੇ ਚ ਦੱਸੋ ਆ ਕੇ। ਚਲੋ ਜੀ ਸਰ, ਇਹ ਫੋਟਾਬਾਸ ਤੋਂ ਮੈਂ ਮੰਗਵਾਈ ਹੈ ਛੋਟੀ। ਅੱਛਾ। ਠੀਕ ਹੈ। ਇਹ ਮਾਸ਼ਾਅੱਲਾ ਇਸ ਟਾਈਮ ਜਿਹੜਾ ਨਾ ਤਕਰੀਬਨ 18 ਤੋਂ
18 ਤੋਂ 19 ਕਰੀਬ ਜਿਹੜਾ ਨਾ ਦੁੱਧ ਦੇ ਰਹੀ ਹੈ ਮੱਝ। ਡੇਲੀ ਹਾਂਜੀ ਫੋਟਾਬਾਸ ਦੀ ਝੋਟੀ ਹੈ। ਹਾਂਜੀ ਫੋਟਾਬਾਸ ਇਹਨੂੰ ਮੀਨੀ ਕਹਿੰਦੇ ਨੇ, ਮੀਨੀ ਕਹਿੰਦੇ ਨੇ ਯਾਨੀ ਕਿ ਨਸਲ ਤੋਂ ਮੀਨੀ। ठीक है सही हो गया अगे चलो ਇਹ ਵਾਲੀ ਇਹ ਵਾਲੀ ਜਿਹੜੀ ਇਹ ਵੀ ਫੋਟਾਬਾਸ ਆ ਗਈ। ਇਹ ਵੀ ਫੋਟਾਬਾਸ ਦੀ ਇਹਨਾਂ ਦੀ ਕੋਈ ਪਹਿਚਾਣ ਹੁੰਦੀ ਹੈ ਕਿ ਫੋਟਾਬਾਸ ਦੀਆਂ ਦੀਆਂ ਹੁੰਦੀਆਂ ਨੇ? ਫੋਟਾਬਾਸ ਦੀ ਜ਼ਰਾ ਨਾ ਡੰਗਰ ਸਿੰਨ ਥੋੜਾ ਭਾਰਾ ਰੱਖਦਾ ਹੈ। ਅੱਛਾ ਹੋਰ ਚੰਗੀ ਨਾਲ ਚੰਗੀ ਮਾਈ ਦੀ ਨਿਸ਼ਾਨੀਆਂ ਦੱਸੋ। ਇਹ ਕਾਲੀ ਕਿਹੜੀ ਨਸਲ ਦੀ ਹੈ? ਢਿੱਡੋ ਵਾਲੀ ਦੀ? ਹਾਂ ਇਹ ਸਿਆਲਕੋਟ ਦੀ ਹੈ। ਹਾਂਜੀ ਸਰ ਇਹ ਵਾਲੀ ਓਏ ਜ਼ਰਾ ਉੱਚੀ ਦੱਸੋ, ਇਹ ਜਿਹੜੀ ਬੁਰੀ ਮਾਜੀ ਆ ਕਿਹੜੀ ਨਸਲ ਹੈ? ਇਹ ਬੂੜੀ ਮੱਝ ਸਰ ਕਿੱਥੋਂ ਲੈ ਕੇ ਆਇਆ ਸੋ? ਲੀਲੀ ਵਾਲੀ ਸਾਈਡ ਤੋਂ ਲੈ ਕੇ। ਬੁਰੀ ਨੀਲੀ ਦੀ ਹੈ। ਹਾਂਜੀ ਲੁੱਡਨ ਸਾਈਡ ਦੀ। ਲੁਧਿਆਣਾ ਸਾਈਡ। ਇਹ ਕਿੰਨਾ ਕੁ ਦੁੱਧ ਦੇ ਰਹੀ ਹੈ? ਇਹ ਤਕਰੀਬਨ ਦੇ ਰਹੀ ਹੈ 12-13 12-13 ਕਿਲੋ। ਇਹ ਤੇ ਖੰਗ ਬੁੱਢੀ ਹੋਈ ਲੱਗਦੀ ਹੈ ਇਹ ਵਾਲੀ ਮੱਝ। ਹਾਂਜੀ ਇਹ ਬਹੁਤ ਪੁਰਾਣੀ ਹੈ, ਨਸਲ ਬਹੁਤ ਅੱਛੀ ਹੈ ਪਹਿਲਾਂ ਸਾਡੇ ਕੋਲ। ਅੱਛਾ ਇਹ ਹੁਣ ਬਸ ਸਮਝ ਲਓ ਕਿ ਜਿਹੜਾ ਚੰਗਾ ਡੰਗਰ ਹੋਇਆ ਨਹੀਂ ਫਿਰ ਦੇਣ ਨੂੰ ਦਿਲ ਕਰਦਾ। अच्छा अच्छा इस वास्ते रखी थी। ठीक है अगली मजा में दस दे जाओ। ਸਾਰੇ ਫੋਟਾਬਾਸ ਦੀ ਆ ਵੀ ਜਿਹੜੀ ए वाली ਹਾਂਜੀ ठीक है ਇਹ ਝੋਟੀ ਖੰਗੜ ਹੋਈ। ਇਹ ਝੋਟੀ ਨੀਲੀ ਸਾਈਡ ਦੀ ਆਈ ਹੈ। ਇਹਦੀ ਇਹ ਨਿਸ਼ਾਨੀ ਹੈ ਕਿ ਇਹਦੀ ਧੌਣ ਪਤਲੀ ਹੋਏਗੀ, ਬੂਥੀ ਜਿਹੜੀ ਨਾ ਪਤਲੀ ਹੋਏਗੀ। पतली ਠੀਕ ਹੈ। बुठी ਹਾਂਜੀ तो में पतली ਪਤਲੀ ਹੋਏਗੀ। लेकिन में सुए ਇਹ ਤਕਰੀਬਨ ਚੌਥੇ ਸੂਏ। ये किने एदी कीमत है इस टाइम? ਇਹਦੀ ਕੀਮਤ ਇਸ ਟਾਈਮ ਤਕਰੀਬਨ 1.25 ਦੇ ਲਗਭਗ ਯਾਨੀ ਕਿ ਠੀਕ ਹੈ। ਚੌਥੇ ਸੂਏ ਤੇ ਦੇ। ਕਿੰਨਾ ਦੁੱਧ ਦੇ ਰਹੀ ਜੇ? ਇਹ ਦੁੱਧ ਇਸ ਟਾਈਮ ਦੇ ਰਹੀ ਹੈ ਤਕਰੀਬਨ 16 ਦੇ ਕਰੀਬ। 16 किलो सुई है ਹਾਂਜੀ जबरदस्त है। ए ये किहड़ी नस्ल दी? ਇਹ ਲੁੱਡਨ ਸਾਈਡ ਤੋਂ ਆਈ ਹੈ। लुडन साइड तो आई है। ਹਾਂਜੀ। ਇਹਦਾ ਕੀ ਰੇਟ ਹੋਏਗਾ? ਇਹਦਾ ਰੇਟ 2 ਦੇ ਕਰੀਬ। 2 ਦੇ ਕਰੀਬ। ਇਹ ਨੀਲੀ ਦਾ ਕੋਈ ਨਸਲ ਚਲਾ ਰਹੇ ਹੋ? ਹਾਂਜੀ ਇਹ ਸਾਰਾ ਨਹੀਂ ਇਹ ਆਪਣਾ ਝੋਟੀ ਹੈ ਕੋ ਤਿਆਰ ਹੋ ਰਹੀ जबरदस्त ਹਰਿਆਣਾ ਇਹਦੇ ਚ ਵੀ ਫੋਟਾਬਾਸ ਦਾ ਮਾਲ ਆਇਆ। ਅੱਛਾ। ਲੀਲੀ ਦੀਆਂ ਨੇ अच्छा ਤੇ ਸਾਈਵਾਲ ਨਸਲਾਂ ਹਾਂ ਥੋੜੀ ਲਿਆਂਦੀ ਹੈ ਇੱਕ ਦੋ ਜਨਰਲ, ਲੇਕਿਨ ਉਹ ਕੋਈ ਨਹੀਂ ਮਜ਼ਾ ਆਇਆ ਸਾਨੂੰ ठीक है। ਆਪਣੀ ਸਾਈਡ ਤੇ। अच्छा भाई ਕਿਸੇ ਬੰਦੇ ਨੇ ਕੋਈ ਮੱਝ ਮੁੱਝ ਲੈਣੀ ਹੋਏ ਤੁਹਾਨੂੰ ਰਾਬਤਾ ਕਰ ਸਕਦਾ ਹੈ? ਜੀ ਕਰ ਸਕਦੇ। ਕੋਈ ਫੋਨ ਨੰਬਰ ਨੰਬਰ ਮੈਂ ਬੋਲਿਓ ਸਰ। 0345 अच्छा 6736 ठीक है 823 0345 6736 833 823 823 जबरदस्त सर बहुत शुक्रिया तुम बड़ी अच्छी मालूमात दी ने। अस्सलाम वालेकुम।